सत श्री अकाल जी। तुसी देख रहे हो साडा यूट्यूब चैनल दिवजोत अकैडमी। मेरा नाम है मनप्रीत कौर। मैं पंजाबी विभाग पंजाब यूनिवर्सिटी चंडीगढ़ दी रिसर्च स्कॉलर हाँ। अज जिहड़ा मैं तुहाडे लई विशा लैके आई हाँ, ये तुहाडे लई आउण वाले समय च बहुत ही लाहेबंद हो सकता है, क्योंकि अक्सर ही मैनूं जिहड़े बच्चे आ पुछदे रहिंदे ने कि यूजीसी नैट जेआरएफ दी तैयारी किवें कीती जावे। ਜਦੋਂ मैं नैट कढ़िया सी जां ਜਦੋਂ मेरा JRF होया सी तां उस तजर्बे दे आधार दे उत्ते प्लस ਜਿਹੜੇ ਮੇਰੇ ਨਾਲ ਦੇ ਦੋਸਤਾਂ ਨੇ UGC ਨੈਟ ਤੇ JRF ਕੱਢਿਆ ਵਾ ਉਹਨਾਂ ਦੇ ਤਜਰਬੇ ਦੇ ਆਧਾਰ ਦੇ ਉੱਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ UGC ਨੈਟ ਦੀ ਤਿਆਰੀ ਜਿਹੜੀ ਆ ਉਹ ਤੁਸੀਂ ਕਿਵੇਂ ਕਰ ਸਕਦੇ ਹੋ। ਅਕਸਰ ਇਹ ਕਿਹਾ ਜਾਂਦਾ ਕਿ ਔਖੀ ਗੱਲ ਨਾ ਕੋਈ ਜਹਾਨ ਉੱਤੇ ਪਰ ਕਰਨਾ ਸਦਾ ਆਰੰਭ ਔਖਾ होवे हौसला तां चुक पहाड़ लईए बिना हौसले चुकना खंभ औखा। सो असी जेड़ा UGC नैट दा जेड़ा पहाड़ है इहनूं चुकण दी जेड़ी पूरी तैयारी करनी आ ओह किवें करनी आ, आओ अज उहदे बारे विचार चर्चा करते हैं। अजिहे बहुत सारे विद्यार्थी ने जिहड़े कि UGC नैट दी तैयारी तां करदे ने, बहुत सारा पढ़दे भी ने, पर फिर भी उन्हां दा पेपर क्लीयर नहीं हुंदा। ਇਹਦੇ ਪਿੱਛੇ ਕਈ ਸਾਰੇ ਕਾਰਨ ਨੇ। ਸਭ ਤੋਂ ਵੱਡਾ ਕਾਰਨ ਤਾਂ ਇਹ ਆ ਕਿ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਤਿਆਰੀ ਕਰਨੀ ਕਿਵੇਂ ਆ। ਸੋ ਤਿਆਰੀ ਕਿਵੇਂ ਕਰਨੀ ਆ, ਉਹਦਾ ਪਹਿਲਾ ਜਿਹੜਾ ਸਟੈਪ ਆ ਉਹ ਆ ਸਿਲੇਬਸ ਨੂੰ ਦੇਖਣਾ ਜਾਂ ਸਿਲੇਬਸ ਨੂੰ ਸਮਝਣਾ। ਹੁਣ ਸਿਲੇਬਸ ਨੂੰ ਸਮਝਣਾ ਕਿਵੇਂ ਆ? ਪਹਿਲਾ ਸਟੈਪ ਇਹ ਆ ਕਿ ਤੁਸੀਂ UGC ਦੀ ਸਾਈਟ ਤੇ ਜਾ ਕੇ ਸਿਲੇਬਸ ਜਿਹੜਾ ਉਹਨੂੰ ਡਾਊਨਲੋਡ ਕਰਨਾ ਤੇ ਉਹਨੂੰ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰਨਾ। ਜਦੋਂ ਵੀ ਤੁਸੀਂ ਸਿਲੇਬਸ ਨੂੰ ਦੇਖਣਾ ਵਾ ਤਾਂ ਇੱਕ ਕੰਮ ਤੁਸੀਂ ਹੋਰ ਕਰ ਸਕਦੇ ਹੋ ਕਿ ਉਹ ਸਿਲੇਬਸ ਨੂੰ ਜਿਹੜਾ ਕਾਪੀ ਦੇ ਉੱਤੇ ਨੋਟ ਕਰ ਲਓ ਤਾਂ ਕਿ ਤੁਹਾਨੂੰ ਸਿਲੇਬਸ ਚੰਗੀ ਤਰ੍ਹਾਂ ਯਾਦ ਹੋ ਜਾਵੇ। ਜਦੋਂ ਹੀ ਤੁਸੀਂ ਉਹ ਸਿਲੇਬਸ ਨੂੰ ਦੇਖਿਆ, ਇੱਕ ਗੱਲ ਜਿਹੜੀ ਮੈਂ ਅਕਸਰ ਹੀ ਵਿਦਿਆਰਥੀਆਂ ਤੋਂ ਸੁਣੀ ਆ ਉਹ ਇਹ ਆ ਕਿ MA ਦਾ ਸਿਲੇਬਸ ਹੀ ਜਿਹੜਾ ਉਹ UGC ਨੈਟ ਦਾ ਸਿਲੇਬਸ ਆ। ਤਾਂ ਤੁਸੀਂ ਇਹ ਗੱਲ ਧਿਆਨ 'ਚ ਰੱਖਣੀ ਆ ਕਿ MA ਜਿਹੜੀ ਆ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀ ਹੋ ਰਹੀ ਆ, MA ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵੀ ਹੋ ਰਹੀ ਆ, MA ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਕਰਾ ਰਹੀ ਆ ਤੇ MA ਦਿੱਲੀ ਯੂਨੀਵਰਸਿਟੀ ਵੀ ਕਰਾ ਰਹੀ ਆ। ਤਾਂ ਇਹਨਾਂ ਸਾਰਿਆਂ ਦਾ ਸਿਲੇਬਸ ਰਲਾ ਕੇ ਜਿਹੜਾ ਵਾ ਉਹ UGC ਨੈਟ ਦਾ ਸਿਲੇਬਸ ਬਣੇਗਾ। ਇਸ ਲਈ ਇਹ ਧਿਆਨ ਦੇ ਵਿੱਚ ਰੱਖਣਾ ਕਿ ਅਸੀਂ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਸਿਲੇਬਸ ਨੂੰ ਵੀ ਦੇਖਣਾ ਤੇ ਜਿਹੜਾ UGC ਨੈਟ ਦਾ ਸਿਲੇਬਸ ਆ ਉਹਨੂੰ ਵੀ ਗੌਰ ਦੇ ਨਾਲ ਦੇਖਣਾ ਵਾ। ਹੁਣ ਤੁਸੀਂ ਸਿਲੇਬਸ ਦੇਖ ਲਿਆ, ਇਸ ਤੋਂ ਅਗਲਾ ਸਟੈਪ ਜਿਹੜਾ ਤੁਸੀਂ ਕਰਨਾ ਉਹ ਆ ਪਿਛਲੇ ਪੇਪਰਾਂ ਨੂੰ ਦੇਖਣਾ ਜਾਂ ਪਿਛਲੇ ਪੇਪਰਾਂ ਨੂੰ ਸਮਝਣਾ। ਅਕਸਰ ਬੱਚੇ ਕੀ ਕਰਦੇ ਨੇ, ਸਿਲੇਬਸ ਦੇਖਿਆ ਤੇ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਪੜ੍ਹਨਾ ਕਿਵੇਂ ਆ ਤੇ ਕੀ ਪੜ੍ਹਨਾ ਵਾ, ਕਿਹੜੀ ਚੀਜ਼ ਇੰਪੋਰਟੈਂਟ ਆ ਤੇ ਕਿਹੜੀ ਚੀਜ਼ ਨਹੀਂ ਇੰਪੋਰਟੈਂਟ। ਇਹ ਪਤਾ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਦੇਖਣੇ ਪੈਣਗੇ ਪਿਛਲੇ ਪੇਪਰ ਦੇ ਵਿੱਚ ਕੀ ਆਇਆ, ਕਿਸ ਤਰ੍ਹਾਂ ਦਾ ਆਇਆ, ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪੇਪਰਾਂ ਦੇ ਵਿੱਚ ਪੁੱਛੀਆਂ ਹੋਈਆਂ ਨੇ। ਇਸ ਲਈ ਸਿਲੇਬਸ ਦੇਖਣ ਤੋਂ ਬਾਅਦ ਦੂਜਾ ਜਿਹੜਾ ਕੰਮ ਤੁਸੀਂ ਕਰਨਾ ਉਹ ਪਿਛਲੇ ਪੇਪਰਾਂ ਨੂੰ ਵੇਖਣ ਦਾ ਤੇ ਉਹਨਾਂ ਨੂੰ ਸਮਝਣ ਦਾ ਕਰਨਾ ਕਿ ਤੁਸੀਂ ਕਰਨਾ ਕੀ ਆ ਆਖਿਰ। ਹੁਣ ਤੁਸੀਂ ਦੋ ਕੰਮ ਕਰ ਲਏ, ਇੱਕ ਸਿਲੇਬਸ ਦੇਖ ਲਿਆ ਤੇ ਦੂਜਾ ਪਿਛਲੇ ਪੇਪਰਾਂ ਨੂੰ हल करन दी कोशिश की या पिछले पेपरां नूं वाचिया कि उहदे विच किस तरह दे सवाल आ रहे ने। तां हुण तीसरा काम जिहड़ा तुसीं करना जां तुहाडा जिहड़ा तीजा स्टैप होवेगा ओह होवेगा टाइम टेबल बनाउणा। टाइम टेबल बनाउण दे विच अक्सर ही बच्चे टपला खा जांदे ने जां गलती कर जांदे ने। ਉਹ ਕੀ ਕਰਦੇ ਨੇ ਕਿ ਉਹ ਟਾਈਮ ਵੰਡ ਲੈਂਦੇ ਨੇ ਕਿ 9 ਤੋਂ 10 ਮੈਂ ਪੜੂੰਗਾ, ਫਿਰ 10 ਤੋਂ 11 ਮੈਂ ਪੜੂੰਗਾ, ਜਾਂ ਫਿਰ ਮੈਂ 6 ਘੰਟੇ ਪੜੂੰਗਾ ਜਾਂ ਮੈਂ 8 ਘੰਟੇ ਪੜੂੰਗਾ। ਇਹ ਜਿਹੜਾ ਸਭ ਤੋਂ ਵੱਡੀ ਗਲਤੀ ਆ ਟਾਈਮ ਟੇਬਲ ਬਣਾਉਣ ਦੇ ਵਿੱਚ। ਤੁਸੀਂ ਕਦੇ ਵੀ ਇਹ ਨਹੀਂ ਸੋਚਣਾ ਕਿ ਮੈਂ ਇੰਨੇ ਘੰਟੇ ਪੜ੍ਹਨਾ ਵਾ ਜਾਂ ਇੰਨੇ ਘੰਟੇ ਪੜ੍ਹਨ ਨਾਲ ਹੀ ਬਹੁਤ ਲੋਕ ਜਿਹੜੇ ਦਾਅਵਾ ਕਰਦੇ ਆ ਕਿ ਜੇ ਤੁਸੀਂ 6 ਘੰਟੇ ਪੜੋਗੇ ਜਾਂ 8 ਘੰਟੇ ਪੜੋਗੇ ਤਾਂ ਹੀ ਨੈਟ ਦਾ ਪੇਪਰ ਜਿਹੜਾ ਉਹ ਕਲੀਅਰ ਹੋਊਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਹਰ ਇੱਕ ਬੰਦੇ ਦੀ ਆਪਣੀ ਇੱਕ ਸਮਰੱਥਾ ਵਾ, ਹਰ ਇੱਕ ਬੰਦਾ ਆਪਣੇ ਤਰੀਕੇ ਦੇ ਨਾਲ ਜਿਹੜਾ ਪੜ੍ਹਦਾ। ਹੋ ਸਕਦਾ ਜਿਹੜੀ ਚੀਜ਼ ਕਿਸੇ ਨੂੰ 4 ਘੰਟਿਆਂ 'ਚ ਸਮਝ ਆ ਰਹੀ ਆ ਉਹ ਤੁਹਾਨੂੰ 2 ਘੰਟਿਆਂ 'ਚ ਆ ਸਕਦੀ ਹੋਵੇ। ਇਸ ਲਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਕਿੰਨੇ ਘੰਟੇ ਪੜ੍ਹਦੇ ਹੋ, ਇਹ ਜ਼ਰੂਰੀ ਆ ਕਿ ਤੁਸੀਂ ਇੱਕ ਦਿਨ ਦੇ ਵਿੱਚ ਕਿੰਨਾ ਸਿਲੇਬਸ ਕਰਦੇ ਹੋ। ਤਾਂ ਤੁਸੀਂ ਕੀ ਕਰਨਾ ਟਾਈਮ ਟੇਬਲ ਬਣਾਉਣ ਵੇਲੇ, ਤੁਸੀਂ ਇਹ ਦੇਖਣਾ ਕਿ ਤੁਸੀਂ ਇੱਕ ਦਿਨ ਦੇ ਵਿੱਚ ਕਿਹੜਾ ਟੌਪਿਕ ਕਰਨਾ ਵਾ। ਜਦੋਂ ਹੀ ਤੁਹਾਡਾ ਉਹ ਟੌਪਿਕ ਹੋ ਗਿਆ, ਸਮਝੋ ਤੁਹਾਡਾ ਉਸ ਦਿਨ ਦਾ ਕੰਮ ਜਿਹੜਾ ਵਾ ਉਹ ਮੁਕੰਮਲ ਹੋ ਗਿਆ। ਫਿਰ ਚਾਹੇ ਉਸ ਟੌਪਿਕ ਨੂੰ ਕਰਨ ਲਈ ਤੁਹਾਨੂੰ 4 ਘੰਟੇ ਲੱਗਣ, ਚਾਹੇ 2 ਘੰਟੇ ਲੱਗਣ ਤੇ ਚਾਹੇ 6 ਘੰਟੇ ਲੱਗਣ। ਤੇ ਇੱਕ ਜਿਹੜਾ ਟਾਈਮ ਟੇਬਲ ਬਣਾਉਣ ਵੇਲੇ ਤੁਸੀਂ ਇੱਕ ਹੋਰ ਗਲਤੀ ਕਰਦੇ ਹੋ ਉਹ ਇਹ ਆ ਕਿ ਤੁਸੀਂ ਦਿਨ ਡਿਵਾਈਡ ਕਰ ਲੈਂਦੇ ਹੋ ਕਿ 10 ਦਿਨ ਮੈਂ ਪੰਜਾਬੀ ਦੇ ਪੇਪਰ ਨੂੰ ਦਵਾਂਗਾ, 10 ਦਿਨ ਮੈਂ ਪਹਿਲੇ ਪੇਪਰ ਨੂੰ ਦਵਾਂਗਾ। ਇਸ ਤਰ੍ਹਾਂ ਵੀ ਨਹੀਂ ਕਰਨਾ। ਤੁਸੀਂ ਜਿਹੜਾ ਵਾ ਦੋਨਾਂ ਪੇਪਰਾਂ ਨੂੰ ਬਰਾਬਰ ਸਮਾਂ ਜਿਹੜਾ ਉਹ ਦੇਣਾ ਵਾ।
ਜੇ ਤੁਸੀਂ ਪਹਿਲੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਨਾਲ ਦੂਜੇ ਪੇਪਰ ਦੀ ਵੀ ਤਿਆਰੀ ਕਰੋਗੇ, ਜੇ ਤੁਸੀਂ ਦੂਜੇ ਦੀ ਕਰ ਰਹੇ ਹੋ ਤਾਂ ਪਹਿਲੇ ਦੀ ਵੀ ਨਾਲ ਜ਼ਰੂਰ ਹੀ ਤਿਆਰੀ ਕਰੋਗੇ। ਤਾਂ ਹਰ ਰੋਜ਼ ਤੁਸੀਂ ਕੀ ਕਰਨਾ ਵਾ, ਸਮਾਂ ਨਿਜਤ ਕਰਨ ਦੀ ਬਜਾਏ ਸਿਲੇਬਸ ਨਿਜਤ ਕਰਨਾ ਕਿ ਅੱਜ ਮੈਂ ਇੰਨਾ ਜਿਹੜਾ ਟਾਰਗੇਟ ਆ ਉਹਨੂੰ ਪੂਰਾ ਕਰਨਾ ਹੀ ਕਰਨਾ। ਦੂਸਰਾ, ਟਾਈਮ ਟੇਬਲ ਬਣਾਉਣ ਵੇਲੇ ਜਿਹੜੀ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਟਾਈਮ ਟੇਬਲ ਸਿਰਫ ਕੰਮ ਦਾ ਨਹੀਂ ਬਣਾਉਣਾ ਹੁੰਦਾ। ਇਹ ਨਹੀਂ ਬਣਾਉਣਾ ਹੁੰਦਾ ਕਿ ਅਸੀਂ ਕੀ ਪੜਾਂਗੇ, ਕਿਵੇਂ ਪੜਾਂਗੇ, ਬਲਕਿ ਇਹ ਵੀ ਬਣਾਉਣਾ ਹੁੰਦਾ ਕਿ ਸਾਡਾ ਸਲੀਪਿੰਗ ਪੈਟਰਨ ਕੀ ਰਹੂਗਾ। ਦੇਖੋ ਬੱਚਿਓ, ਸਿਹਤ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੀ ਸਿਹਤ ਠੀਕ ਨਹੀਂ ਹੋਊਗੀ ਤਾਂ ਤੁਸੀਂ ਪੜ੍ਹ ਵੀ ਨਹੀਂ ਸਕੋਗੇ। ਕਿਹਾ ਜਾਂਦਾ ਕਿ ਇੱਕ ਤੰਦਰੁਸਤ ਸਰੀਰ ਦੇ ਵਿੱਚ ਹੀ ਇੱਕ ਤੰਦਰੁਸਤ ਮਨ ਦਾ ਵਾਸਾ ਹੁੰਦਾ ਵਾ। ਸੋ ਤੁਹਾਡਾ ਆਪਣਾ ਤੰਦਰੁਸਤ ਰਹਿਣਾ ਵੀ ਬਹੁਤ ਜ਼ਰੂਰੀ ਆ। ਟਾਈਮ ਟੇਬਲ ਬਣਾਉਂਦੇ ਸਮੇਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਤੁਸੀਂ ਕਰਨੀ ਆ ਉਹ ਆ ਸੌਣ ਦਾ ਸਮਾਂ ਸਹੀ ਕਰਨਾ। ਜੇ ਤੁਸੀਂ ਨੀਂਦ ਪੂਰੀ ਲਈ ਹੋਊਗੀ ਤਾਂ ਹੀ ਤੁਸੀਂ ਅਗਲੇ ਦਿਨ ਜਿਹੜਾ ਵਾ ਉਹ ਪੜ੍ਹ ਸਕੋਗੇ। ਉਸ ਤੋਂ ਬਾਅਦ ਖਾਣ ਪੀਣ ਤੇ ਧਿਆਨ ਦੇਣਾ। ਇਹ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਨਾਲੋਂ ਨਾਲ ਕਰਨੀਆਂ ਪੈਣਗੀਆਂ। ਜਿੱਥੇ ਤੁਸੀਂ ਪੜ੍ਹਨਾ ਵਾ ਉੱਥੇ ਤੁਹਾਨੂੰ ਆਪਣੀ ਜਿਹੜੀ ਰੁਟੀਨ ਆ ਉਹ ਪੂਰੀ ਦੀ ਪੂਰੀ ਬਦਲਣੀ ਪਵੇਗੀ ਤੇ ਸਹੀ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕਰਨਾ ਪਵੇਗਾ। ਅਗਲਾ ਤੇ ਮਹੱਤਵਪੂਰਨ ਪੁਆਇੰਟ ਆ ਨੋਟਸ ਤਿਆਰ ਕਰਨ ਦਾ ਤਰੀਕਾ। ਤੁਸੀਂ ਨੋਟਸ ਕਿਵੇਂ ਬਣਾਓ? ਅਕਸਰ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਨੋਟਸ ਕਿਵੇਂ ਬਣਾਉਣੇ ਨੇ। ਤਾਂ ਸਭ ਤੋਂ ਪਹਿਲਾਂ ਤਾਂ ਨੋਟਸ ਤਿਆਰ ਕਰਨ ਦੇ ਲਈ ਜਿਹੜੀ ਪਹਿਲੀ ਗੱਲ ਤੁਸੀਂ ਧਿਆਨ 'ਚ ਰੱਖਣੀ ਆ ਉਹ ਆ ਕਿ ਸਹੀ ਪੁਸਤਕਾਂ ਦੀ ਚੋਣ ਕਰਨੀ। ਤੁਸੀਂ ਕਿਹੜੀਆਂ ਕਿਤਾਬਾਂ ਤੋਂ ਪੜ੍ਹਨਾ? ਅਕਸਰ ਬੱਚੇ ਕੀ ਕਰਦੇ ਆ, ਮਾਰਕੀਟ ਦੇ ਵਿੱਚੋਂ ਗਾਈਡਾਂ ਲੈ ਲੈਂਦੇ ਆ ਨੈਟ ਦੀ ਤਿਆਰੀ ਕਰਨ ਦੇ ਲਈ ਕਿ ਆਹ ਵਾਲੀ ਗਾਈਡ ਪੜਾਂਗੇ ਤਾਂ ਇਹਦੇ ਨਾਲ ਅਸੀਂ ਪਾਸ ਹੋ ਜਾਾਂਗੇ, ਉਹਦੇ 'ਚ 21,000 ਪ੍ਰਸ਼ਨ ਪੱਤਰ ਨੇ, ਉਹਦੇ ਵਿੱਚ 20,000 ਪ੍ਰਸ਼ਨ ਪੱਤਰ ਨੇ। ਇਹ ਵੀ ਜ਼ਰੂਰੀ ਨੇ, ਪਰ ਉਦੋਂ ਜ਼ਰੂਰੀ ਨੇ ਜਦੋਂ ਤੁਹਾਡੀ ਸਾਰੀ ਤਿਆਰੀ ਜਿਹੜੀ ਆ ਹੋ ਚੁੱਕੀ ਆ। ਉਸ ਤੋਂ ਬਾਅਦ ਸਿਰਫ ਰਿਵੀਜ਼ਨ ਰਹਿ ਗਈ ਆ, ਉਦੋਂ ਤੁਸੀਂ ਇਹ ਕਿਤਾਬਾਂ ਦੀ ਜਿਹੜੀ ਮਦਦ ਆ ਉਹ ਲੈ ਸਕਦੇ ਹੋ। ਇਹਦੇ ਤੋਂ ਪਹਿਲਾਂ ਤੁਹਾਨੂੰ ਜਿਹੜੀਆਂ ਪ੍ਰਸੰਗਿਕ ਕਿਤਾਬਾਂ ਨੇ ਉਹ ਤੁਹਾਨੂੰ ਲੈਣੀਆਂ ਹੀ ਪੈਣਗੀਆਂ। ਹੁਣ ਇਹ ਕਿਤਾਬਾਂ ਕਿਹੜੀਆਂ ਨੇ, ਕਿਹੜੀ ਕਿਤਾਬ ਜਿਹੜੀ ਉਹ ਪੜ੍ਹਨੀ ਚਾਹੀਦੀ ਆ, ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਮੈਂ ਇਹਦੇ ਤੇ ਅਗਲੀ ਵੀਡੀਓ ਜਿਹੜੀ ਉਹ ਬਣਾ ਦੇਵਾਂਗੀ ਕਿ ਪੰਜਾਬੀ ਦੇ ਨੈਟ ਲਈ ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹੀਆਂ ਜਾਣ। ਨੋਟਸ ਬਣਾਉਣ ਦੇ ਤਰੀਕੇ ਦੇ ਵਿੱਚ ਦੂਜਾ ਜਿਹੜਾ ਅਹਿਮ ਪੁਆਇੰਟ ਆ ਉਹ ਹੈਗਾ ਵਾ ਤਰਤੀਬਵਾਰ ਚੱਲਣਾ। ਅਕਸਰ ਤੁਸੀਂ ਕੀ ਕਰਦੇ ਹੋ ਕਿ ਕਦੇ ਆਧੁਨਿਕ ਕਾਵਿ ਪੜ੍ਹਨਾ ਸ਼ੁਰੂ ਕਰ ਦਿੰਦੇ ਹੋ, ਕਦੇ ਸੋਚਦੇ ਹੋ ਕਿ ਮੈਨੂੰ ਆਲੋਚਨਾ ਔਖੀ ਲੱਗਦੀ ਆ, ਪਹਿਲਾਂ ਮੈਂ ਆਲੋਚਨਾ ਪੜ੍ਹ ਲੈਣਾ ਵਾ, ਜਾਂ ਫਿਰ ਤੁਸੀਂ ਕਹਿੰਦੇ ਹੋ ਕਿ ਚਲੋ ਪਹਿਲਾਂ ਭਾਰਤੀ ਕਾਵਿ ਸ਼ਾਸਤਰ ਕਰ ਲੈਂਦੇ ਆ, ਜਾਂ ਫਿਰ ਪਹਿਲਾਂ ਮੈਂ ਸੂਫੀ ਕਾਵਿ ਕਰਾਂਗਾ। ਇਹ ਜਿਹੜਾ ਤਰੀਕਾ ਇਹ ਸਭ ਤੋਂ ਗਲਤ ਤਰੀਕਾ ਵਾ, ਜਿਹਦੇ ਕਰਕੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉਹ ਪੇਪਰ ਪਾਸ ਨਹੀਂ ਕਰ ਪਾਉਂਦੇ। ਤਾਂ ਤੁਸੀਂ ਵਿਦਿਆਰਥੀਓ ਕੀ ਕਰਨਾ, ਜਿਵੇਂ ਕਿ ਸਾਨੂੰ ਪਤਾ ਕਿ ਸਾਡਾ ਜਿਹੜਾ ਸਾਹਿਤ ਦਾ ਇਤਿਹਾਸ ਆ ਉਹ ਆਦਿਕਾਲ, ਮੱਧਕਾਲ ਤੇ ਆਧੁਨਿਕ ਕਾਲ ਦੇ ਵਿੱਚ ਵੰਡਿਆ ਹੋਇਆ ਵਾ, ਸਮਕਾਲ ਦੇ ਵਿੱਚ ਵੰਡਿਆ ਹੋਇਆ ਵਾ। ਤਾਂ ਤੁਸੀਂ ਕੀ ਕਰਨਾ, ਤੁਸੀਂ ਆਦਿਕਾਲ ਤੋਂ ਹੀ ਸ਼ੁਰੂ ਕਰਨਾ। ਸਾਨੂੰ ਪਤਾ ਕਿ ਸਾਡੇ ਜਿਹੜਾ ਪੰਜਾਬੀ ਸਾਹਿਤ ਆ ਇਹਦੀ ਜਿਹੜੀ ਸ਼ੁਰੂਆਤ ਆ ਉਹ ਨਾਥ ਜੋਗੀ ਕਾਵਿ ਧਾਰਾ ਤੋਂ ਹੋ ਰਹੀ ਆ। ਤਾਂ ਤੁਸੀਂ ਨਾਥ ਜੋਗੀ ਕਾਵਿ ਧਾਰਾ ਤੋਂ ਪੜ੍ਹਨਾ ਸ਼ੁਰੂ ਕਰੋਗੇ ਤੇ ਫਿਰ ਕਰਮਵਾਰ ਪੜੋਗੇ। ਇਹਦੇ ਨਾਲ ਕੀ ਹੋਊਗਾ, UGC ਨੈਟ ਦੇ ਬਹੁਤ ਸਾਰੇ ਸਵਾਲ ਜਿਹੜੇ ਆ ਆਪਣੇ ਆਪ ਹੱਲ ਹੋ ਜਾਣਗੇ। ਜਿਵੇਂ ਉਹਨਾਂ ਨੇ ਪੁੱਛਿਆ ਹੁੰਦਾ ਕਿ ਕਿਹੜਾ ਰਾਈਟਰ ਕਿਹੜੀ ਈਸਵੀ ਚ ਹੋਇਆ, ਕਿਹੜੇ ਰਾਈਟਰ ਨੂੰ ਸਕ੍ਰਾਂਤੀ ਕਾਲ ਦਾ ਕਵੀ ਕਹਿ ਸਕਦੇ ਆ, ਕਿਹੜੇ ਲੇਖਕ ਨੂੰ ਅਸੀਂ ਜਿਹੜਾ ਆਧੁਨਿਕ ਕਾਲ ਦੇ ਵਿੱਚ ਪ੍ਰਵੇਸ਼ ਮੰਨ ਸਕਦੇ ਆ, ਕਿਹੜੀ ਕਵਿਤਾ ਦਾ ਜਾਂ ਕਿਹੜੇ ਕਵੀ ਦਾ। ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਕ੍ਰਮਵਾਰ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਕਲੀਅਰ ਹੁੰਦੀਆਂ ਚਲੀਆਂ ਜਾਣਗੀਆਂ ਕਿ ਇਹ ਬੰਦਾ ਇਸ ਈਸਵੀ ਚ ਹੋਇਆ, ਇਹ ਬੰਦੇ ਨੂੰ ਅਸੀਂ ਇਦਾਂ ਦੇਖ ਸਕਦੇ ਹਾਂ। ਤੇ ਤੁਹਾਨੂੰ ਧਾਰਾਵਾਂ ਦੀ ਜਿਹੜੀ ਨਿਰੰਤਰਤਾ ਵਾ ਕਿ ਕਿਉਂ ਕੋਈ ਧਾਰਾ ਬਦਲ ਰਹੀ ਆ, ਉਹ ਪਰਿਵਰਤਿਤ ਹੋ ਕੇ ਕਿੱਥੇ ਜਾ ਰਹੀ ਆ, ਇਹ ਸਾਰੀਆਂ ਚੀਜ਼ਾਂ ਵੀ ਆਪਣੇ ਆਪ ਕਲੀਅਰ ਹੁੰਦੀਆਂ ਜਾਣਗੀਆਂ। ਤਾਂ ਤੁਸੀਂ ਕਦੇ ਵੀ ਪੇਪਰ ਦੀ ਤਿਆਰੀ ਜਿਹੜੀ ਉਹ ਵਿੱਚ ਵਿਚਾਲਿਓ ਨਹੀਂ ਕਰਨੀ, ਸਗੋਂ ਇੱਕ ਸੀਕੁਐਂਸ ਦੇ ਨਾਲ ਸ਼ੁਰੂ ਤੋਂ ਸ਼ੁਰੂ ਕਰਕੇ ਅਖੀਰ ਤੱਕ ਪਹੁੰਚਣਾ। ਤੀਸਰਾ ਪੁਆਇੰਟ ਹੈ ਪੁਸਤਕ ਸੂਚੀ ਬਣਾਉਣਾ। ਅਕਸਰ ਬੱਚੇ ਕੀ ਕਰਦੇ ਆ ਕਿ ਸਾਰਾ ਕੁਝ ਇੱਕੋ ਜਗ੍ਹਾ ਤੇ ਲਿਖੀ ਜਾਂਦੇ ਆ, ਇੱਕੋ ਜਗ੍ਹਾ ਦੇ ਉੱਤੇ ਹੀ ਉਹਨੂੰ ਇਕੱਠਾ ਕਰੀ ਜਾਂਦੇ ਆ। ਤਾਂ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ। ਤੁਸੀਂ ਜੇ ਪਿਛਲੇ ਪੇਪਰ ਦੇਖੋਗੇ ਤਾਂ 15 ਤੋਂ 20 ਸਵਾਲ ਜਿਹੜੇ ਆ ਉਹ ਆਉਂਦੇ ਨੇ ਕਿਤਾਬਾਂ ਦੇ ਨਾਂ ਦੇ, ਕਿ ਕਿਹੜੇ ਰਾਈਟਰ ਨੇ ਕਿਹੜੀ ਕਿਤਾਬ ਲਿਖੀ, ਹਨਾ, ਕਿਹੜੀ ਕਿਤਾਬ ਜਿਹੜੀ ਆ ਉਹ ਕਿਹਦੇ ਦੁਆਰਾ ਸੰਪਾਦਿਤ ਕੀਤੀ ਗਈ। ਇਹਦੀ ਤੁਸੀਂ ਇੱਕ ਅਲੱਗ ਤੋਂ ਸੂਚੀ ਬਣਾਉਣੀ ਆ, ਇੱਕ ਅਲੱਗ ਤੋਂ ਕਾਪੀ ਲੈਣੀ ਆ ਜਿਹਦੇ ਉੱਤੇ ਤੁਸੀਂ ਸਿਰਫ ਕਿਤਾਬਾਂ ਦੇ ਨਾਮ, ਉਹਨਾਂ ਦੇ ਲੇਖਕਾਂ ਦੇ ਨਾਮ ਤੇ ਉਹਨਾਂ ਦਾ ਜਿਹੜਾ ਕ੍ਰਮਵਾਰ ਜਿਹੜਾ ਇਤਿਹਾਸ ਆ ਉਹਨੂੰ ਤੁਸੀਂ ਲਿਖਣਾ ਵਾ, ਤਾਂ ਕਿ ਤੁਹਾਡੀ ਇੱਕ ਵੱਖਰੀ ਜਿਹੜੀ ਆ ਉਹ ਤਿਆਰ ਹੋ ਜੇ ਪੁਸਤਕ ਸੂਚੀ ਤੇ ਤੁਹਾਨੂੰ ਪੜ੍ਹਨ ਦੇ ਵਿੱਚ ਆਸਾਨੀ ਰਹੇ, ਯਾਦ ਕਰਨ ਦੇ ਵਿੱਚ ਆਸਾਨੀ ਰਹੇ। ਇਹਦੇ ਲਈ ਮੈਂ ਤੁਹਾਨੂੰ ਇੱਕ ਟਿਪ ਦੇ ਸਕਦੀ ਹਾਂ। ਤੁਸੀਂ ਇੱਕ ਕੰਮ ਕਰ ਸਕਦੇ ਹੋ ਕਿ ਜੇ ਤੁਹਾਨੂੰ ਪੁਸਤਕਾਂ ਦੇ ਨਾਮ ਯਾਦ ਨਹੀਂ ਹੁੰਦੇ, ਮੈਨੂੰ ਵੀ ਇਹ ਅਕਸਰ ਪ੍ਰੋਬਲਮ ਆਉਂਦੀ ਸੀ ਜਦੋਂ ਮੈਂ JRF ਦੀ ਤਿਆਰੀ ਕਰ ਰਹੀ ਸੀ। ਜਦੋਂ ਮੈਂ ਆਪਣਾ JRF ਕੱਢਿਆ ਤਾਂ ਉਸ ਸਮੇਂ ਮੈਨੂੰ ਇਹ ਸਮੱਸਿਆ ਆਉਂਦੀ ਸੀ ਕਿ ਮੈਨੂੰ ਲੇਖਕਾਂ ਦੇ ਨਾਮ ਭੁੱਲ ਜਾਂਦੇ ਸੀ।
ਤਾਂ ਮੈਂ ਕੀ ਕੀਤਾ ਕਿ ਮੈਂ ਲਾਇਬ੍ਰੇਰੀ 'ਚ ਜਾਣਾ ਸ਼ੁਰੂ ਕੀਤਾ ਤੇ ਲਾਇਬ੍ਰੇਰੀ ਦੇ ਵਿੱਚ ਜਾ ਕੇ ਅਲੱਗ-ਅਲੱਗ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਵੇਖਣਾ ਸ਼ੁਰੂ ਕੀਤਾ। ਹਰ ਰੋਜ਼ ਮੈਂ ਕਿਤਾਬ ਦਾ ਟਾਈਟਲ ਤੇ ਲੇਖਕ ਦਾ ਨਾਮ ਪੜ੍ਹ ਕੇ ਆ ਜਾਂਦੀ ਸੀ ਵਾਪਸ। ਉਹਦੇ ਨਾਲ ਕੀ ਹੋਵੇਗਾ ਕਿ ਤੁਹਾਨੂੰ ਬਹੁਤ ਸਾਰੀਆਂ ਕਿਤਾਬਾਂ ਦੇ ਨਾਮ ਆਟੋਮੈਟਿਕਲੀ ਯਾਦ ਹੋਣੇ ਸ਼ੁਰੂ ਹੋ ਜਾਣਗੇ। ਤਾਂ ਤੁਸੀਂ ਵੀ ਆਪਣੇ ਨੇੜਲੀ ਲਾਇਬ੍ਰੇਰੀ 'ਚ ਜਾ ਕੇ ਇਹ ਕੰਮ ਕਰ ਸਕਦੇ ਹੋ। ਅਗਲਾ ਜਿਹੜਾ ਨੋਟਸ ਲੈਣ ਦਾ ਤਰੀਕਾ ਵਾ ਉਹ ਆ ਹਰ ਇੱਕ ਵਿਸ਼ੇ ਦੀ ਢੁਕਵੀਂ ਜਾਣਕਾਰੀ। ਇਹ ਨਾ ਹੋਵੇ ਜੇ ਤੁਸੀਂ ਸੂਫੀ ਕਾਵ ਕਰ ਰਹੇ ਹੋ ਫੋਰ ਐਗਜ਼ਾਮਪਲ, ਤਾਂ ਤੁਸੀਂ ਉਹਦੇ ਲਈ ਪੇਜ ਛੱਡ ਲਓ, ਕਿਉਂਕਿ ਇੱਕੋ ਕਿਤਾਬ ਤੋਂ ਤੁਹਾਨੂੰ ਸੂਫੀ ਕਾਵ ਪੂਰਾ ਨਹੀਂ ਮਿਲੇਗਾ। ਤਾਂ ਤੁਸੀਂ ਅਲੱਗ-ਅਲੱਗ ਪੁਸਤਕਾਂ ਦੇ ਵਿੱਚੋਂ ਪੂਰਾ ਸੂਫੀ ਕਾਵ ਦੇਖਣਾ ਵਾ, ਤਾਂ ਉਹਦੇ ਲਈ ਤੁਸੀਂ ਅਲੱਗ ਪੇਜ ਛੱਡ ਲਓ ਤਾਂ ਕਿ ਤੁਸੀਂ ਇੱਕੋ ਥਾਂ ਦੇ ਉੱਤੇ ਸੂਫੀ ਕਾਵ ਜਿਹੜਾ ਵਾ ਉਹਨੂੰ ਪੂਰੇ ਦਾ ਪੂਰਾ ਕਵਰ ਕਰ ਸਕੋ। ਇਸੇ ਤਰ੍ਹਾਂ ਹੀ ਕਿੱਸੇ ਨੂੰ ਕਵਰ ਕਰ ਸਕੋ, ਇਸੇ ਤਰ੍ਹਾਂ ਹੀ ਨਾਵਲ ਨੂੰ ਕਵਰ ਕਰ ਸਕੋ। ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਦਾ ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿ ਹਰ ਵਿਸ਼ੇ ਦੀ ਢੁਕਵੀਂ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਇਕੱਤਰ ਕਰਨੀ ਪਵੇਗੀ। ਨੈਟ ਦੇ ਪੈਟਰਨ ਨੂੰ ਫੜਨਾ ਵੀ ਬਹੁਤ ਜ਼ਰੂਰੀ ਆ। ਅੱਜ ਕੱਲ ਜਿਹੜਾ UGC ਨੈਟ ਦਾ ਪੇਪਰ ਆ ਰਿਹਾ ਉਹ ਜ਼ਿਆਦਾਤਰ ਨਵੀਆਂ ਕਿਤਾਬਾਂ ਚੋਂ ਆ ਰਿਹਾ ਵਾ, ਨਵੀਆਂ ਜਿਹੜੀਆਂ ਪ੍ਰਕਾਸ਼ਿਤ ਹੋ ਰਹੀਆਂ ਪੁਸਤਕਾਂ ਨੇ ਉਹਦੇ ਵਿੱਚੋਂ ਬਹੁਤ ਸਾਰੇ ਸਵਾਲ ਜਿਹੜੇ ਉਹ ਪੁੱਛੇ ਜਾਂਦੇ ਆ। ਤਾਂ ਇਹਦੇ ਲਈ ਮੈਂ ਤੁਹਾਨੂੰ ਇੱਕ ਹੋਰ ਜਿਹੜਾ ਤਰੀਕਾ ਉਹ ਦੱਸਦੀ ਆ। ਜਿੱਦਾਂ ਚੇਤਨਾ ਪ੍ਰਕਾਸ਼ਨ ਆ ਜਾਂ ਕੋਈ ਹੋਰ ਪ੍ਰਕਾਸ਼ਨ ਆ, ਤੁਸੀਂ ਉਹਨਾਂ ਦੇ ਪਬਲੀਕੇਸ਼ਨ ਬਿਊਰੋ ਨੂੰ ਕੰਟੈਕਟ ਕਰ ਸਕਦੇ ਹੋ ਤੇ ਉਹਨਾਂ ਦੇ ਕੋਲ ਇੱਕ ਪੁਸਤਕ ਛਪਦੀ ਆ ਜਿਹੜੀ ਕਿ ਉਹਨਾਂ ਦਾ ਜਿਹਦੇ ਵਿੱਚ ਸਾਰਾ ਵੇਰਵਾ ਹੁੰਦਾ ਕਿ ਕਿਹੜੀਆਂ ਕਿਤਾਬਾਂ ਇਸ ਪ੍ਰਕਾਸ਼ਨ ਨੇ ਇਸ ਸਾਲ ਛਾਪੀਆਂ। ਤਾਂ ਤੁਸੀਂ ਉਹ ਵੀ ਮੰਗਾ ਸਕਦੇ ਹੋ, ਉਹ ਵੀ ਦੇਖ ਸਕਦੇ ਹੋ ਤੇ ਉਹਦੇ ਤੋਂ ਨਵੀਆਂ ਕਿਤਾਬਾਂ ਦੇ ਨਾਮ ਜਿਹੜੇ ਆ ਉਹ ਯਾਦ ਕਰ ਸਕਦੇ ਹੋ। ਇਹ ਤਾਂ ਸੀ ਨੋਟਸ ਤਿਆਰ ਕਰਨ ਦਾ ਤਰੀਕਾ। ਹੁਣ ਪੜ੍ਹਨਾ ਕਿਵੇਂ ਆ? ਅਕਸਰ ਲੋਕ ਕੀ ਕਰਦੇ ਆ ਕਿ ਬਹੁਤ ਸਾਰਾ ਮਟੀਰੀਅਲ ਵੀ ਇਕੱਠਾ ਕਰ ਲੈਂਦੇ ਆ, ਬਹੁਤ ਸਾਰੀਆਂ ਕਿਤਾਬਾਂ ਨੂੰ ਪੜ੍ਹ ਵੀ ਲੈਂਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਹੁਣ ਇਹਦਾ ਸੀਕੁਐਂਸ ਕਿਵੇਂ ਬਿਠਾਇਆ ਜਾਵੇ ਜਾਂ ਇਹਨਾਂ ਨੂੰ ਕਿਵੇਂ ਜਿਹੜਾ ਵਾ ਉਹ ਪੜ੍ਹਿਆ ਜਾਵੇ। UGC ਨੈਟ ਪਾਸ ਕਰਨ ਲਈ ਪੜ੍ਹਨ ਦਾ ਤਰੀਕਾ ਤੁਹਾਡਾ ਇਹ ਹੋਣਾ ਚਾਹੀਦਾ ਕਿ ਤੁਸੀਂ ਰੋਜ਼ ਦਾ ਇੱਕ ਵਿਸ਼ਾ ਜਿਹੜਾ ਵਾ ਉਹ ਜ਼ਰੂਰ ਕੰਪਲੀਟ ਕਰੋ। ਜਿਵੇਂ ਮੰਨ ਲਓ ਕਿ ਤੁਸੀਂ ਕਿੱਸਾ ਕਾਵਧਾਰਾ ਸ਼ੁਰੂ ਕੀਤੀ, ਤਾਂ ਤੁਹਾਡਾ ਇਹ ਮਨੋਰਥ ਹੋਣਾ ਚਾਹੀਦਾ ਕਿ ਤੁਸੀਂ ਅੱਜ ਜਿਹੜਾ ਵਾ ਉਹ ਕਿੱਸਾ ਕਾਵਧਾਰਾ ਨੂੰ ਕੰਪਲੀਟ ਕਰੋਗੇ। ਉਸ ਤੋਂ ਬਾਅਦ ਉਹਨੂੰ ਕੰਪਲੀਟ ਕਰਨ ਤੋਂ ਬਾਅਦ ਦੂਜਾ ਜਿਹੜਾ ਤੁਹਾਡਾ ਸਟੈਪ ਹੋਏਗਾ ਉਹ ਹੋਏਗਾ ਉਹਦੇ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਪੱਤਰ ਤੁਹਾਨੂੰ ਮਿਲ ਰਹੇ ਨੇ, ਜਿੰਨੇ ਵੀ ਪ੍ਰਸ਼ਨਾਂ ਦੇ ਤੁਹਾਨੂੰ ਥਾਵਾਂ ਮਿਲ ਰਹੀਆਂ ਨੇ ਉਹਨਾਂ ਨੂੰ ਹੱਲ ਕਰਨਾ। ਮਤਲਬ ਇਹਦੇ ਲਈ ਹੁਣ ਤੁਸੀਂ ਉਹ ਜਿਹੜੀਆਂ ਗਾਈਡਸ ਪਹਿਲਾਂ ਖਰੀਦਣਾ ਚਾਹੁੰਦੇ ਸੀ, ਜਿਨ੍ਹਾਂ ਦੀ ਮਦਦ ਨਾਲ ਤੁਸੀਂ UGC ਨੈਟ ਕੱਢਣਾ ਚਾਹੁੰਦੇ ਹੋ, ਹੁਣ ਇਹ ਉੱਥੇ ਇਹ ਕੰਮ ਆਉਣਗੀਆਂ। ਉੱਥੇ ਤੁਸੀਂ ਕੀ ਕਰਨਾ ਕਿ ਜਿਹੜੇ 21,000 ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਕਿਤਾਬਾਂ ਨੇ, 21,000 ਪ੍ਰਸ਼ਨ ਪੱਤਰ, 10,000 ਪ੍ਰਸ਼ਨ ਪੱਤਰ, ਉਹਨਾਂ ਨੂੰ ਲੈ ਕੇ ਤੁਸੀਂ ਉਸ ਜਿਹੜਾ ਵਿਸ਼ਾ ਜਿਹਨੂੰ ਤੁਸੀਂ ਅੱਜ ਕੀਤਾ ਉਹਦੇ ਤੁਸੀਂ ਪ੍ਰਸ਼ਨ ਵੀ ਨਾਲੋਂ ਨਾਲ ਹੱਲ ਕਰਨੇ ਨੇ। ਇਹ ਨਹੀਂ ਕਿ ਮੈਂ ਬਾਅਦ ਚ ਕਰਾਂਗਾ, ਨਾਲੋਂ ਨਾਲ ਉਹਨਾਂ ਦੀ ਪ੍ਰੈਕਟਿਸ ਜਿਹੜੀ ਆ ਉਹ ਕਰਨੀ ਆ। ਤੀਸਰਾ ਜਿਹੜਾ ਕੰਮ ਤੁਸੀਂ ਕਰਨਾ ਵਾ ਉਹ ਤੁਸੀਂ ਕਰਨਾ ਵਾ ਆਪਣਾ ਟੈਸਟ ਆਪ ਲੈਣਾ। ਤਾਂ ਤੁਸੀਂ ਇਹ ਵੀ ਚੈੱਕ ਕਰਨਾ ਕਿ ਮੈਨੂੰ ਕਿੰਨੀਆਂ ਚੀਜ਼ਾਂ ਜਿਹੜੀਆਂ ਉਹ ਯਾਦ ਰਹਿ ਰਹੀਆਂ ਨੇ, ਕਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਭੁੱਲ ਰਿਹਾ। ਇਹਦੇ ਲਈ ਤੁਸੀਂ ਆਪਣੇ ਕਿਸੇ ਸਾਥੀ ਦੋਸਤ ਦੀ ਸਹਾਇਤਾ ਵੀ ਲੈ ਸਕਦੇ ਹੋ। ਤੇ ਚੌਥੀ ਜਿਹੜੀ ਜ਼ਰੂਰੀ ਚੀਜ਼ ਆ ਉਹ ਹੈ ਵੀਡੀਓ ਦੇਖਣਾ। ਅਕਸਰ ਬੱਚੇ ਕੀ ਕਰਦੇ ਨੇ ਕਿ ਉਹ ਸੋਚਦੇ ਨੇ ਕਿ ਮੈਂ ਆਪਣਾ ਪੜ੍ਹ ਲਿਆ, ਹੁਣ ਮੈਨੂੰ ਕੁਝ ਦੇਖਣ ਦੀ ਲੋੜ ਨਹੀਂ। ਅਸੀਂ ਜਿੰਨਾ ਮਰਜ਼ੀ ਪੜ੍ਹ ਲਈਏ ਪਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਤੋਂ ਰਹਿ ਹੀ ਜਾਂਦੀਆਂ ਨੇ ਜਾਂ ਅਸੀਂ ਉਹਨਾਂ ਨੂੰ ਛੱਡ ਜਾਂਦੇ ਆ। ਤਾਂ ਇਹਦੇ ਤੋਂ ਬਚਣ ਦੇ ਲਈ ਜਾਂ ਇਹਦਾ ਜਿਹੜਾ ਹੱਲ ਆ ਉਹ ਇਹ ਆ ਕਿ ਤੁਸੀਂ YouTube ਤੋਂ ਜਾਓ, ਬਹੁਤ ਸਾਰੇ ਚੈਨਲ ਜਿਹੜੇ ਆ ਉਹ ਇਹਦੇ ਨਾਲ ਰਿਲੇਟਡ ਵੀਡੀਓਜ਼ ਪਾਉਂਦੇ ਨੇ। ਤਾਂ ਤੁਸੀਂ ਉਹ ਇੱਕ ਵੀਡੀਓ ਰੋਜ਼ ਦੀ ਜ਼ਰੂਰ ਦੇਖਣੀ ਆ ਤਾਂ ਜੋ ਜਿਹੜੀਆਂ ਚੀਜ਼ਾਂ ਤੁਹਾਡੀਆਂ ਛੁੱਟ ਗਈਆਂ ਨੇ ਉਹਨਾਂ ਨੂੰ ਤੁਸੀਂ ਦੁਬਾਰਾ ਜਿਹੜਾ ਵਾ ਉਹ ਰੀਕਾਲ ਕਰ ਸਕੋ ਜਾਂ ਉਹਨਾਂ ਨੂੰ ਦੇਖ ਸਕੋ। ਵਿਦਿਆਰਥੀ ਸਾਥੀਓ, ਜੇ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦਿਓਗੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ UGC ਦਾ ਜਿਹੜਾ ਪੇਪਰ ਆ ਉਹ ਕਲੀਅਰ ਕਰ ਲਓਗੇ। ਪਹਿਲੀ ਗੱਲ ਤਾਂ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਆ ਉਹ ਤਾਂ ਇਹ ਆ ਕਿ ਤੁਹਾਡੇ ਅੰਦਰ ਹੌਸਲਾ ਹੋਣਾ ਚਾਹੀਦਾ। ਆਤਮ ਵਿਸ਼ਵਾਸ ਸਭ ਤੋਂ ਵੱਡੀ ਗੱਲ ਆ। ਸੁਖਵਿੰਦਰ ਅੰਮ੍ਰਿਤ ਨੇ ਵੀ ਲਿਖਿਆ ਕਿ ਮੰਜ਼ਿਲ ਦੇ ਵੱਲ ਪਹੁੰਚਣ ਦੀ ਜਦ ਮੈਂ ਠਾਣ ਲਈ, ਲੱਖਾਂ ਰਸਤੇ ਖੁੱਲੇ ਮੇਰੇ ਜਾਣ ਲਈ। ਤਾਂ ਤੁਹਾਡੇ ਜਾਣ ਲਈ ਵੀ ਲੱਖਾਂ ਰਸਤੇ ਜਿਹੜੇ ਆ ਖੁੱਲ ਜਾਣਗੇ ਜੇ ਤੁਸੀਂ ਇਹਦੀ ਤਿਆਰੀ ਕਰੋਗੇ। ਤਾਂ ਇਹ ਸਹੀ ਤਰੀਕੇ ਦੇ ਨਾਲ ਕੀਤੀ ਹੋਈ ਤਿਆਰੀ ਹੀ ਤੁਹਾਨੂੰ ਜਿਹੜੀ ਆ ਮੰਜ਼ਿਲ ਵੱਲ ਲੈ ਕੇ ਜਾਏਗੀ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਆ ਉਹ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਜੇ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਸਾਨੂੰ ਕੰਟੈਕਟ ਵੀ ਕਰ ਸਕਦੇ ਹੋ, ਸਾਡੇ ਨੰਬਰ ਤੇ ਸਾਨੂੰ ਫੋਨ ਕਰ ਸਕਦੇ ਹੋ। ਅੱਜ ਤੋਂ ਬਾਅਦ ਅਸੀਂ ਜਿੰਨੀਆਂ ਵੀ ਵੀਡੀਓਜ਼ ਪਾਵਾਂਗੇ ਉਹਦੇ ਵਿੱਚ ਅਸੀਂ UGC ਨੈਟ ਦੀ ਜਿਹੜੀ ਤਿਆਰੀ ਆ ਤੇ ਪਲੱਸ ਮਾਸਟਰ ਕੇਡਰ ਦੇ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਧਿਆਨ ਰੱਖ ਕੇ ਹੀ ਪਾਵਾਂਗੇ। ਦਸੰਬਰ ਦਾ ਜਿਹੜਾ ਪੇਪਰ ਆ ਉਹ ਆ ਰਿਹਾ ਵਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕੋਚਿੰਗ ਪ੍ਰਾਪਤ ਕਰਨੀ ਆ ਜਾਂ ਤੁਸੀਂ ਇਹਦੀਆਂ ਪ੍ਰੋਪਰ ਕਲਾਸਿਸ ਲੈਣਾ ਚਾਹੁੰਦੇ ਹੋ ਤਾਂ ਅਕਤੂਬਰ ਦੇ ਵਿੱਚ ਅਸੀਂ ਉਹ ਕਲਾਸਾਂ ਵੀ ਸ਼ੁਰੂ ਕਰਨ ਜਾ ਰਹੇ ਹਾਂ।
ਤੁਸੀਂ ਸਾਨੂੰ ਕੰਟੈਕਟ ਕਰਕੇ ਪੁੱਛ ਸਕਦੇ ਹੋ ਉਹਦੇ ਬਾਰੇ ਵਿੱਚ ਵੀ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ। ਮੇਰਾ ਨਾਮ ਹੈ ਮਨਪ੍ਰੀਤ ਕੌਰ, ਤੁਸੀਂ ਦੇਖ ਰਹੇ ਸੀ ਦਿਵਜੋਤ ਅਕੈਡਮੀ। ਧੰਨਵਾਦ।